ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੇਰੀ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਕਿਉਂਕਿ ਇਹਦੇ ਰਾਹੀਂ ਸਾਨੂੰ ਜਿੱਥੇ ਹੌਸਲਾ ਅਫਜ਼ਾਈ ਮਿਲਦੀ ਹੈ ਉੱਥੇ ਤੁਸੀਂ ਵੀ ਉਹ ਵੀਡੀਓ ਦੇਖ ਸਕਦੇ ਹੋ ਜਿਹੜੀਆਂ ਵੀਡੀਓ ਗੋਦੀ ਮੀਡੀਆ ਜਾਂ ਸਰਕਾਰੀ ਮੀਡੀਆ ਜਾਂ ਦਰਬਾਰੀ ਮੀਡੀਆ ਨਹੀਂ ਬਣਾਉਂਦਾ। ਇਹ ਜਿਹੜੀ ਅੱਜ ਵਾਲੀ ਵੀਡੀਓ ਹੈ ਇਹਦੇ ਵਿੱਚ ਚਰਚਾ ਕਰਾਂਗੇ ਕਿ ਵਾਈਟ ਹਾਊਸ ਦੇ ਸਾਹਮਣੇ ਜੋ ਪ੍ਰੋਟੈਸਟ ਹੋਏ ਹਨ ਇੰਡੀਅਨ ਵੱਲੋਂ, ਅਸੀਂ ਅੱਗੇ ਜੋ ਖਾਲਿਸਤਾਨੀਆਂ ਨੇ ਪ੍ਰੋਟੈਸਟ ਕੀਤਾ ਉਹਦੀ ਅਸੀਂ ਇੱਕ ਵੱਖਰੀ ਵੀਡੀਓ ਬਣਾ ਚੁੱਕੇ ਹਾਂ। ਅੱਜ ਅਸੀਂ ਜਿਹੜੀ ਵੀਡੀਓ ਬਣਾਈ ਹੈ ਜਿਹੜੀ ਉਹਦੇ ਵਿੱਚ ਅਸੀਂ ਤੁਹਾਨੂੰ ਅਮਰੀਕਾ ਤੋਂ ਆਈ ਉਹ ਵੀਡੀਓ ਵੀ ਦਿਖਾਵਾਂਗੇ ਕਿ ਕਿਵੇਂ ਵਾਈਟ ਹਾਊਸ ਦੇ ਸਾਹਮਣੇ ਜਿਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ USA ਦੇ ਰਾਸ਼ਟਰਪਤੀ ਜੋ ਬਾਈਡਨ ਨਾਲ ਉਹਨਾਂ ਦੇ ਮੁਲਾਕਾਤ ਕਰ ਰਹੇ ਸੀ, ਐਗਰੀਮੈਂਟ ਸਾਈਨ ਕਰ ਰਹੇ ਸੀ ਤੇ ਉਹਨਾਂ ਨੂੰ ਰੈੱਡ ਕਾਰਪੇਟ ਵੈਲਕਮ ਦਿੱਤਾ ਗਿਆ ਸੀ। ਉਸ ਦੇ ਰਿਐਕਸ਼ਨ ਵਜੋਂ ਇੰਡੀਅਨ ਡਾਇਸਪੋਰਾ ਯਾਨੀ ਭਾਰਤ ਦੇ ਅਮਰੀਕਾ ਵਿੱਚ ਰਹਿਣ ਵਾਲੇ ਜਿਹੜੇ ਭਾਰਤੀ ਮੂਲ ਦੇ ਨਾਗਰਿਕ ਹਨ ਅਤੇ ਹਿਊਮਨ ਰਾਈਟਸ ਬਾਰੇ ਉਹਨਾਂ ਦੀਆਂ ਸੰਸਥਾਵਾਂ ਹਨ, ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਬਿਲਕੁਲ ਵਾਈਟ ਹਾਊਸ ਦੇ ਸਾਹਮਣੇ। ਤੁਹਾਨੂੰ ਜਿਹੜੀ ਇਹ ਵੀਡੀਓ ਦਿਖਾਵਾਂਗੇ ਇਹਦੇ ਤੁਸੀਂ ਦੇਖ ਸਕਦੇ ਹੋ ਪਿੱਛੇ ਵਾਈਟ ਹਾਊਸ ਵੀ ਦਿਖਦਾ ਹੈ ਤੇ ਵਾਈਟ ਹਾਊਸ ਦੇ ਉੱਪਰ ਜੋ ਅਮਰੀਕਾ ਦਾ ਨੈਸ਼ਨਲ ਫਲੈਗ ਜਿਹੜਾ ਉਹ ਵੀ ਝੁਲ ਰਿਹਾ ਹੈ। ਔਰ ਉਹਦੇ ਵਿੱਚ ਜੋ ਬੜੀ ਇੰਪੋਰਟੈਂਟ ਭਾਸ਼ਣ ਦਿੱਤਾ ਉਹ ਦਿੱਤਾ ਨਿਰੰਜਨ ਟਕਲੇ। ਇਹ ਸੀਨੀਅਰ ਜਰਨਲਿਸਟ ਹਨ ਇੰਡੀਆ ਦੇ, ਇਹਨਾਂ ਦਾ ਕੋਈ 25 ਸਾਲ ਦਾ ਐਕਸਪੀਰੀਅੰਸ ਹੈ ਅਤੇ ਇਹ ਇਸ ਪ੍ਰੋਟੈਸਟ ਵਿੱਚ ਹਿੱਸਾ ਲੈਣ ਲਈ ਸਪੈਸ਼ਲੀ ਅਮਰੀਕਾ ਗਏ ਤੇ ਅਸੀਂ ਉਹਨਾਂ ਦਾ ਤੁਹਾਡੇ ਨਾਲ ਭਾਸ਼ਣ ਸਾਂਝਾ ਕਰ ਰਹੇ ਹਾਂ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਇਹ ਜੋ ਮੈਂ ਇੱਥੇ ਅੱਜ ਭਾਸ਼ਣ ਦੇ ਕੇ ਜਾ ਰਿਹਾ ਵਾਪਸ, ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਏਗਾ। ਇਹ ਨਿਰੰਜਨ ਟਕਲੇ ਜੀ ਨੇ ਆਪਣਾ ਜੋ ਹੈ ਡਰ ਵੀ ਆਪਣੀ ਵੀਡੀਓ ਵਿੱਚ ਸ਼ੋਅ ਕੀਤਾ, ਪਰ ਉਹਨਾਂ ਨੇ ਬੜੀ ਨਿਡਰਤਾ ਨਾਲ ਇਹ ਵੀਡੀਓ ਬਣਾਈ ਹੈ ਅਤੇ ਦੋਨੋਂ ਹੱਥੀ ਨਰਿੰਦਰ ਮੋਦੀ ਦੇ ਜਿਹੜੇ ਹਿਊਮਨ ਰਾਈਟਸ ਦੀਆਂ ਵੋਲੇਸ਼ਨ ਹਨ ਇੰਡੀਆ 'ਚ ਉਹਨਾਂ ਦਾ ਰੱਜ ਕੇ ਉਹਨਾਂ ਨੇ ਸਖਤ ਭਾਸ਼ਾ ਵਿੱਚ ਆਲੋਚਨਾ ਕੀਤੀ ਹੈ। ਇਹ ਛੋਟੀ ਜਿਹੀ ਵੀਡੀਓ ਹੈ, ਕੋਈ 4 ਮਿੰਟ ਤੋਂ ਉੱਪਰ ਹੈ। ਇਸ ਵਿੱਚੋਂ ਤੁਸੀਂ ਖੁਦ ਵੀ ਸੁਣ ਸਕਦੇ ਹੋ, ਪਰ ਕਿਉਂਕਿ ਉਹ ਵੀਡੀਓ ਇੰਗਲਿਸ਼ ਵਿੱਚ ਹੈ ਇਸ ਲਈ ਸਾਡੇ ਕਈ ਦਰਸ਼ਕਾਂ ਨੂੰ ਉਹਨੂੰ ਸਮਝਣ ਵਿੱਚ ਸ਼ਾਇਦ ਔਖਾਈ ਨਾ ਹੋਏ, ਇਸ ਲਈ ਪੰਜਾਬੀ ਵਿੱਚ ਇਹ ਦੱਸ ਰਹੇ ਹਾਂ ਕਿ ਉਹਨਾਂ ਨੇ ਉਸ ਭਾਸ਼ਣ ਵਿੱਚ ਜੋ ਮੋਦੀ ਦੇ ਵਿਰੁੱਧ ਉੱਥੇ ਦਿੱਤਾ, ਉੱਥੇ ਹੋਰ ਵੀ ਹਿਊਮਨ ਰਾਈਟਸ ਦੇ ਜਿਹੜੇ ਐਕਟਿਵਿਸਟ ਹੈ ਜਿਹੜੇ ਭਾਰਤੀ ਮੂਲ ਦੇ ਅਮਰੀਕਾ 'ਚ ਰਹਿੰਦੇ ਆ ਉਹਨਾਂ ਨੇ ਵੀ ਹੋਰ ਭਾਸ਼ਣ ਦਿੱਤੇ। ਤਾਂ ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜਾ ਜੋ ਬਾਈਡਨ ਨੇ ਇਹਨਾਂ ਨੂੰ ਰੈੱਡ ਕਾਰਪੇਟ ਰਿਸੈਪਸ਼ਨ ਦਿੱਤੀ ਹੈ ਅਤੇ ਜੋ ਇਹਨਾਂ ਦੇ ਨਾਲ ਉਹ ਆਪਣੇ ਸਬੰਧ ਵਧਾ ਰਹੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਮਰੀਕਾ ਇੱਕ ਡੈਮੋਕ੍ਰੇਟ ਕੰਟਰੀ ਹੈ ਔਰ ਇੱਥੇ ਜਿਹੜਾ ਦੁਨੀਆ ਭਰ 'ਚ ਉਹ ਹਿਊਮਨ ਰਾਈਟਸ ਜਿਹੜੀ ਹੈ ਉਹਦੀ ਪ੍ਰੋਟੈਕਸ਼ਨ ਕਰਦਾ। ਤਾਂ ਨਰਿੰਦਰ ਮੋਦੀ ਤਾਂ ਹਿਊਮਨ ਰਾਈਟਸ ਦੀ ਵਾਇਲੇਸ਼ਨ ਕੀਤੀ ਹੈ ਦੇਸ਼ ਵਿੱਚ। ਉਹਨਾਂ ਨੇ ਕਈ ਐਗਜ਼ੈਂਪਲ ਦਿੱਤੀਆਂ ਹਨ ਜਿੱਥੇ ਕਿ ਮੁਸਲਮਾਨਾਂ ਨਾਲ ਵਿਤਕਰਾ ਹੋਇਆ ਹੈ ਜਾਂ ਹੋਰ ਵੀ ਜਿਹੜੇ ਐਕਟਿਵਿਸਟ ਹਨ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ, ਜਰਨਲਿਸਟਾਂ ਨੂੰ, ਪ੍ਰੋਫੈਸਰਾਂ ਨੂੰ। ਸੋ ਇਹ ਸਾਰੀ ਹਿਊਮਨ ਵਾਇਲੇਸ਼ਨ ਦੀ ਗੱਲਬਾਤ ਤੁਸੀਂ ਨਿਰੰਜਨ ਟਕਲੇ ਜੋ ਇਹ ਕਹਿੰਦੇ ਹਨ ਕਿ ਇਸ ਮੁਲਕ ਵਿੱਚ ਮੇਰੀ ਬੱਚਿਆਂ ਨੇ ਵੀ ਅੱਗੋਂ ਰਹਿਣਾ ਹੈ ਅਤੇ ਇਸ ਕਰਕੇ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇਹ ਜੋ ਭਾਰਤੀਆਂ ਨਾਲ ਹਿਊਮਨ ਰਾਈਟਸ ਦੇ ਮਸਲਿਆਂ 'ਤੇ ਬੇਇਨਸਾਫੀ ਹੋ ਰਹੀ ਹੈ ਔਰ ਜੋ ਸਟੇਟ ਦਾ ਜੋ ਸਖਤੀ ਹੈ
ਲੋਕਾਂ ਉੱਪਰ ਜ਼ੁਲਮ ਹੋ ਰਿਹਾ ਉਹਦੇ ਵਿੱਚ ਮੈਂ ਜ਼ਰੂਰ ਬੋਲਾਂ ਅਤੇ ਮੈਂ ਚਾਹੁੰਦਾ ਹਾਂ ਕਿ ਮੇਰਾ ਦੇਸ਼ ਜੋ ਹੈ ਇੱਕ ਡੈਮੋਕ੍ਰੈਟਿਕ ਸੈਕੂਲਰ ਮੁਲਕ ਰਹੇ ਅਤੇ ਮੇਰੀਆਂ ਆਉਣ ਵਾਲੀਆਂ ਜਨਰੇਸ਼ਨ ਜਿਹੜੀਆਂ ਉਹ ਡੈਮੋਕ੍ਰੇਸੀ ਵਿੱਚ ਜੀਣ, ਸੈਕੂਲਰਿਜ਼ਮ ਵੀ ਜੀਣ, ਨਾ ਕਿ ਫਿਰਕਾ ਪ੍ਰਤੀ ਅਤੇ ਹਿੰਦੂ ਸਟੇਟ ਬਣਾਉਣ ਦੇ ਇਸ ਸਿਲਸਿਲੇ ਵਿੱਚ ਜੋ ਮੋਦੀ ਸਰਕਾਰ ਨੇ ਸ਼ੁਰੂ ਕੀਤਾ ਹੋਇਆ। ਇਹ ਬੜੀ ਹਿੰਮਤ ਦੀ ਗੱਲ ਹੈ ਕਿ ਕੋਈ ਜਰਨਲਿਸਟ ਭਾਰਤ ਤੋਂ ਸਪੈਸ਼ਲੀ ਜਾਏ ਤੇ ਜਾ ਕੇ ਵਾਈਟ ਹਾਊਸ ਦੇ ਸਾਹਮਣੇ ਹੋ ਰਹੀਆਂ ਐਂਟੀ ਮੋਦੀ ਜੋ ਪ੍ਰੋਟੈਸਟਨ ਰੈਲੀ ਹੈ ਉਹਨਾਂ ਵਿੱਚ ਹਿੱਸਾ ਲਏ। ਔਰ ਤੁਸੀਂ ਦੇਖੋਗੇ ਇੱਕ ਲਾਲ ਟਰੱਕ ਵੀ ਘੁੰਮ ਰਿਹਾ, ਉਹਦੇ ਉੱਤੇ ਵੀਡੀਓ ਚੱਲ ਰਹੀਆਂ ਹਨ ਜਿਨ੍ਹਾਂ ਵਿੱਚ ਮੋਦੀ ਦੇ ਜੋ ਐਂਟੀ ਡੈਮੋਕ੍ਰੈਟਿਕ ਜੋ ਉਸ ਦੇ ਐਕਸ਼ਨ ਹਨ ਉਹਨਾਂ ਦੀ ਪ੍ਰਦਰਸ਼ਨੀ ਕਰ ਰਹੀਆਂ। ਤੋ ਇੱਥੇ ਬਹੁਤ ਵੱਡਾ ਇਕੱਠ ਹੋਇਆ ਔਰ ਹਰ ਤਰ੍ਹਾਂ ਦੇ ਲੋਕ ਦੁਨੀਆ 'ਚੋਂ ਇਕੱਠੇ ਹੋਏ ਨੇ ਜੋ ਜਿਨ੍ਹਾਂ ਦਾ ਇੰਡੀਆ ਦੇ ਨਾਲ ਜਿਨ੍ਹਾਂ ਦਾ ਮੋਹ ਹੈ, ਪਿਆਰ ਹੈ, ਆਪਣੇ ਦੇਸ਼ ਨੂੰ ਪਿਆਰ ਕਰਦੇ ਹਨ ਅਤੇ ਸੱਚੇ ਸੁੱਚੇ ਅਸਲੀ ਨੈਸ਼ਨਲਿਸਟ ਹਨ। ਅਸੀਂ ਤੁਹਾਨੂੰ ਇੰਨੀਆਂ ਵੀਡੀਓ ਦਿਖਾਉਣ ਦੀ ਬਜਾਏ ਇੱਕੋ ਹੀ ਵੀਡੀਓ ਅਜਿਹੀ ਦਿਖਾ ਰਹੇ ਹਾਂ ਜਿਹੜੀ ਕਿ ਭਾਰਤ ਤੋਂ ਇੱਕ ਜਰਨਲਿਸਟ ਗਿਆ ਨਿਰੰਜਨ ਟਕਲੇ, ਉੱਥੇ ਅਮਰੀਕਾ ਵਿੱਚੋਂ ਅਮਰੀਕਾ ਦੇ ਬਸ਼ਿੰਦੇ ਹੋਣਾ, ਸਿਟੀਜ਼ਨ ਹੋਣਾ ਤੇ ਆ ਕੇ ਭਾਰਤੀ ਮੂਲ ਦੇ ਲੋਕਾਂ ਦਾ ਪ੍ਰੋਟੈਸਟ ਕਰਨਾ ਉਹਨਾਂ ਦੇ ਇਹਨਾਂ ਉੱਪਰ ਇੰਨਾ ਖਤਰਨਾਕ ਨਹੀਂ ਜਿੰਨਾ ਕਿ ਜੋ ਭਾਸ਼ਣ ਨਿਰੰਜਨ ਟਕਲੇ ਜੀ ਨੇ ਦਿੱਤਾ ਹੈ। ਜਦੋਂ ਵਾਪਸ ਆਉਣਗੇ ਤਾਂ ਉਹਨਾਂ ਨਾਲ ਕੀ ਗੁਜ਼ਰੇਗੀ ਇਹ ਸਮਾਂ ਹੀ ਦੱਸੇਗਾ। ਇਸ ਚਰਚਾ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਅਤੇ ਤੁਹਾਨੂੰ ਦਰਖਾਸਤ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਆਪਣੇ ਸਾਕ ਸੰਬੰਧੀਆਂ ਮਿੱਤਰਾਂ ਨਾਲ ਸ਼ੇਅਰ ਕਰੋ ਅਤੇ ਜੇਕਰ ਤੁਹਾਡੀ ਹੁਣ ਤੱਕ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੇ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਤੱਕ ਇਹ ਪਹੁੰਚੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਕੋਈ ਜ਼ਰੂਰਤ ਵਾਲੇ ਇਨਸਾਨ ਇੰਡੀਆ ਤੋਂ ਜਾ ਕੇ ਭਾਰਤ ਦੇ ਪ੍ਰਾਈਮ ਮਿਨਿਸਟਰ ਦਾ ਪਿੱਛਾ ਕਰਕੇ ਉੱਥੇ ਪ੍ਰੋਟੈਸਟ ਕਰਦੇ ਹਨ ਅਤੇ ਭਾਸ਼ਣ ਦਿੰਦੇ ਹਨ। ਇਸ ਚਰਚਾ ਨੂੰ ਇੱਥੇ ਸਮਾਪਤ ਕਰਦਾ ਮੈਂ। ਸਤਿ ਸ੍ਰੀ ਅਕਾਲ। Thank you, Sunita. I have worked in India as an investigative journalist for more than 25 years, and my last investigative story about the murder of a judge, Judge Loya, ended my career as a journalist. I am here actually because I had heard that America upholds freedom of expression, America upholds democracy, America upholds liberty, America upholds secularism, and America is inviting a person who has downplayed all these values back home in India. And right now, riots are happening there in Manipur for the last 1.5 months, more than 1.5 months. People are getting killed, people are getting displaced. It's an ethnic cleansing that is happening in Manipur. But the Prime Minister of India has chose not to utter a single word about it. I mean, we have seen examples. We have seen examples when a film actor meets with an accident or a film actress suffers because of cold or flu. Narendra Modi tweets about it. But people in Manipur are getting killed, they are getting displaced, ethnic cleansing is happening, but this man has not uttered a single word, neither has he tweeted about it. And this is the situation that is happening. And I'm a journalist. I firmly believe that it is my duty to tell the truth. And today is the situation that the leader of the largest autocratic nation is getting a state welcome. He's going to address the joint session of US Congress, and I'm just appalled that how can this happen? How can United States? I saw an actor working here a few hours before that he is taking Narendra Modi to the crossroads of autocracy and democracy.
I mean, is Narendra Modi going to pull Biden to support his autocracy? This is a real question. In last 23 years, this man has not addressed a single press conference. In last 23 years, he does not feel that he is answerable to anybody. And we say that India is the largest democracy. This is not the democracy that my forefathers fought for and got the freedom. This is the book that I wrote about the murder of the judge. And I mean, this government is anti-democracy. This government is anti-secularism. It completely downplays the diversity in India. They want uniformity to impose in India, whether it is of language, whether it is of religion, whether it is of culture. Hindi, Hindu, Hindustan is their slogan. And I just do not understand that when my constitution, the first sentence of my constitution says that India is a union of states. We have to respect that sentence, the diversity, the cultural diversity, the linguistic diversity, but nothing is honored by the Prime Minister of India. And it is really, I'm ashamed that such person is getting a state welcome, he's getting a state dinner. So I just don't know what is happening in India. I'm going to go back to India. We have to fight. I don't know what will happen after I return to India, but we have to fight for the democracy. We have to fight for the secularism. Somebody was asking me here that what keeps you going on. When I was brought up in a society which was fearless. I was brought up in a society which was secular, which was liberal, we never considered about religions. And if I want my daughter to live in the same atmosphere, it is I who has to try for it. It is I who has to pay that price. It is I who has to sacrifice for upholding those values. And I can only assure that I'll keep doing that. I'll keep fighting for democracy. I'll keep fighting for secularism. I'll keep fighting for the diversity in India. I do respect that. Thank you very much.